ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਸੰਤ ਮਹਾਂਪੁਰਖ ਬਾਬਾ ਮੇਰ ਸਿੰਘ ਜੀ ਕਿਸ਼ਨਪੁਰ ਵਾਲਿਆਂ ਦੇ ਜੀਵਨ ਦਰਸ਼ਨਾਂ ਦੇ ਵਿੱਚੋਂ ਕੰਨਿਆ ਦੀ ਜੋ ਵਡਿਆਈ ਆ ਉਸ ਦਾ ਕੁਛ ਕੁ ਜ਼ਿਕਰ ਮਹਾਂਪੁਰਖਾਂ ਦੀ ਰਚਨਾ ਦੁਆਰਾ ਜੋ ਹੋਇਆ ਸੀਗਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਿਵੇਂ ਸ਼ਾਸਤਰਾਂ ਦਾ ਪ੍ਰਮਾਣ ਆ ਨਾ, ਉਹਦੇ ਵਿੱਚ ਕੰਨਿਆ ਦੀ ਜਿਹੜੀ ਮਹਿਮਾ ਹੈਗੀ ਆ ਲੜਕੀਆਂ ਦੀ ਬਹੁਤ ਭਾਰੀ ਦੱਸੀ ਆ। ਸ਼ਾਸਤਰ ਦੱਸਦੇ ਆ ਵੀ ਅਗਰ ਕਿਸੇ ਦੇ ਘਰ ਦੇ ਵਿੱਚ 10 ਪੁੱਤਰ ਹੋਣ ਤੇ 10 ਪੁੱਤਰ ਜਿਹੜੇ ਆ ਉਹ ਇੱਕ ਰੁੱਖ ਦੇ ਬਰਾਬਰ ਹੈ, ਤੇ ਲੇਕਿਨ ਜਿੱਥੇ 10 ਰੁੱਖ ਹੋਣ ਤੇ 10 ਰੁੱਖ ਜਿਹੜੇ ਉਹ ਇੱਕ ਕੰਨਿਆ ਦੇ ਬਰਾਬਰ ਮੰਨੇ ਜਾਂਦੇ ਆ। ਇਸ ਕਰਕੇ ਕੰਨਿਆ ਦੀ ਜਿਹੜੀ ਵਡਿਆਈ ਹੈਗੀ ਆ ਉਹ ਸਭ ਤੋਂ ਜ਼ਿਆਦਾ ਸ੍ਰੇਸ਼ਟ ਹੈ। ਇਸ ਕਰਕੇ ਕੰਨਿਆ ਦਾ ਜਿਹੜਾ ਦਾਨ ਉਹਨਾਂ ਦੇ ਪਿਤਾ ਜੀ ਵੱਲੋਂ ਕੀਤਾ ਜਾਂਦਾ ਵਿਆਹ ਸ਼ਾਦੀ ਦੇ ਸੰਬੰਧ ਦੇ ਵਿੱਚ, ਉਸ ਨੂੰ ਮਹਾਦਾਨ ਕਰਕੇ ਜਿਹੜਾ ਹੈ ਉਹ ਗ੍ਰੰਥਾਂ ਦੇ ਵਿੱਚ ਲਿਖਿਆ ਹੈਗਾ। ਸੋ ਇਸੇ ਕਰਕੇ ਸੰਤ ਮਹਾਂਪੁਰਖ ਬਾਬਾ ਮੇਰ ਸਿੰਘ ਜੀ ਖਾਸ ਕਰਕੇ ਜਦੋਂ ਨੌਜਵਾਨ ਲੜਕੇ ਜਿਹੜੇ ਸੀ ਮਹਾਂਪੁਰਖਾਂ ਪਾਸ ਆਉਂਦੇ ਸੀ ਉਹਨਾਂ ਟਾਈਮਾਂ ਦੇ ਵਿੱਚ, ਉਦੋਂ ਬਾਬਾ ਮੇਰ ਸਿੰਘ ਜੀ ਆਖਦੇ ਸੀਗੇ ਤੇ ਉਹਨਾਂ ਨੇ ਇਹ ਕਹਿਣਾ ਭਾਈ ਤੁਹਾਡੇ ਮਾਂ-ਬਾਪ ਹੈਗੇ ਆ। ਲੜਕੇ ਨੇ ਕਹਿਣਾ ਜੀ ਹਾਂਜੀ ਸਾਡੇ ਮਾਂ-ਬਾਪ ਹੈਗੇ। ਤੇ ਮਹਾਂਪੁਰਖ ਕਹਿੰਦੇ ਸੀ ਬੜੇ ਉੱਤਮ ਕਰਮ ਆ ਜਿਨ੍ਹਾਂ ਦੇ ਮਾਂ-ਬਾਪ ਹੈਗੇ ਆ। ਫਿਰ ਲੜਕਿਆਂ ਨੇ ਕਹਿਣਾ ਮਹਾਂਪੁਰਖ ਸਾਨੂੰ ਵੀ ਤੁਸੀਂ ਨਾਮਦਾਨ ਬਖਸ਼ੋ। ਤੇ ਬਾਬਾ ਮੇਰ ਸਿੰਘ ਨੇ ਕਹਿਣਾ ਵੀ ਤੁਸੀਂ ਆਪਣੇ ਹਨ ਜਿਹੜੇ ਬੁੱਢੇ ਮਾਂ-ਬਾਪ ਹੈਗੇ, ਬਜ਼ੁਰਗ ਮਾਂ-ਬਾਪ ਹੈ, ਉਹਨਾਂ ਦੀ ਸੇਵਾ ਕਰੋ। ਇਹੋ ਹੀ ਆਪ ਜੀ ਦੇ ਵਾਸਤੇ ਨਾਮਦਾਨ ਆ। ਤੇ ਇਸ ਕਰਕੇ ਜਿਹੜੀਆਂ ਬੱਚੀਆਂ ਕੰਨਿਆ ਆਉਂਦੀਆਂ ਹੁੰਦੀਆਂ ਸੀ, ਮਹਾਂਪੁਰਖਾਂ ਨੇ ਕਹਿਣਾ ਤੁਸੀਂ ਆਪਣੇ ਮਾਤਾ ਪਿਤਾ ਦੀ ਆਗਿਆਕਾਰ ਦੇ ਵਿੱਚ ਰਹੋ। ਇਹ ਤੁਹਾਡਾ ਜਿਹੜਾ ਹੈ ਨਾ ਨਾਮਦਾਨ ਹੈਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖ ਜਿਹੜੇ ਆ ਉਹ ਨਾਮਦਾਨ ਤੋਂ ਭਾਵ ਇਹ ਲੈਂਦੇ ਹੁੰਦੇ ਸੀ ਕਿ ਕਿਸੇ ਉੱਤਮ ਗੁਣ ਦੇ ਨਾਲ ਜੁੜ ਜਾਣਾ। ਹਾਂ, ਅਗਰ ਮਹਾਂਪੁਰਖਾਂ ਨੇ ਕਿਸੇ ਨੂੰ ਕਹਿਣਾ ਚੰਗਾ ਭਾਈ ਤੂੰ ਸੇਵਾ ਕਰ ਲਾ, ਭਾਂਡੇ ਮਾਂਜਣ ਦੀ ਬਰਤਨ ਦੀ ਸੇਵਾ ਕਰਨੀ, ਕਹਿਣਾ ਭਾਈ ਇਹ ਤੇਰੀ ਸੇਵਾ ਹੀ ਤੇਰਾ ਨਾਮਦਾਨ ਹੈਗਾ। ਕਿਸੇ ਨੇ ਕਹਿਣਾ ਝਾੜੂ ਦੀ ਸੇਵਾ ਕਰ ਲਾ, ਇਹੀ ਤੇਰਾ ਨਾਮਦਾਨ ਹੈਗਾ। ਸੋ ਕਹਿਣ ਤੋਂ ਭਾਵ ਹੈ ਕਿ ਜਿਹੋ ਜਿਹੀ ਕਿਸੇ ਨੂੰ ਸੇਵਾ ਦੇ ਦੇਣੀ, ਉਹ ਸੇਵਾ ਦੇ ਵਿੱਚ ਉਹਨੂੰ ਨਾਮਦਾਨ ਬਖਸ਼ ਦੇਣਾ, ਉਹਨੂੰ ਸਮਝਾ ਦੇਣਾ ਕਿ ਜਿਹੜਾ ਗੁਰੂ ਦਾ ਹੁਕਮ ਮੰਨਣਾ ਅਸਲ ਦੇ ਵਿੱਚ ਇਹ ਨਾਮਦਾਨ ਹੈਗਾ। ਜੋ ਗੁਰ ਕਹੋ ਸੋਈ ਭਲ ਮਾਨੋ, ਜੋ ਗੁਰੂ ਨੇ ਕਹਿਤਾ ਉਸ ਨੂੰ ਚੰਗਾ ਕਰਕੇ ਸਤ ਵਚਨ ਕਰਕੇ ਮੰਨ ਲੈਣਾ, ਅਸਲ ਦੇ ਵਿੱਚ ਇਹ ਨਾਮਦਾਨ ਹੈਗਾ। ਇਸ ਤਰ੍ਹਾਂ ਮਹਾਂਪੁਰਖ ਜਿਹੜੇ ਸੀਗੇ ਆਈਆਂ ਗਈਆਂ ਸੰਗਤਾਂ ਨੂੰ ਸਮਝਾਉਂਦੇ ਹੁੰਦੇ ਸੀਗੇ। ਔਰ ਖ਼ਾਸ ਕਰਕੇ ਇੱਕ ਵਾਰ ਜਦੋਂ ਕੰਨਿਆ ਜੀ ਦੇ ਉੱਤੇ ਜਿਹੜੀ ਸੀ ਉਹ ਵਡਿਆਈ ਦੀ ਵਿਚਾਰ ਚੱਲੀ ਸੀ ਮਹਾਂਪੁਰਖਾਂ ਦੀ, ਬਾਬਾ ਜੀ ਨੇ ਦੱਸਿਆ ਸੀ, ਕਹਿੰਦੇ ਦੇਖੋ ਕੰਨਿਆ ਜਿਹੜੀ ਆ ਨਾ ਉਹ ਘਰ ਦੀ ਸਭ ਤੋਂ ਵੱਡੀ ਖੁਸ਼ੀ ਆ, ਸਭ ਤੋਂ ਵੱਡੀ ਦੌਲਤ ਹੈ। ਜਿਉਂ ਕਹਿ ਲਓ ਕਿ ਇਹ ਘਰ ਦੀ ਲక్ష్ਮੀ ਹੈਗੀ ਆ। ਜਿਸ ਘਰ ਦੇ ਵਿੱਚ ਕੰਨਿਆ ਆ ਜਾਵੇ ਉਸ ਘਰ ਦੇ ਵਿੱਚ ਲక్ష్ਮੀ ਆਪਣੇ ਆਪ ਹੀ ਤੁਰ ਪੈਂਦੀ ਆ। ਆਪਣੇ ਆਪ ਹੀ ਉਸ ਘਰ ਦੇ ਜਿਹੜੇ ਭਾਗ ਆ, ਦਰਵਾਜ਼ੇ ਜਿਹੜੇ ਆ ਉਹ ਖੁੱਲ੍ਹ ਜਾਂਦੇ ਆ, ਜਿਹੜੇ ਮਾੜੇ ਕਰਮ ਉਹ ਮਿਟ ਜਾਂਦੇ ਆ। ਕੰਨਿਆ ਦਾ ਪੈਰ ਜਿਸ ਘਰ ਦੇ ਵਿੱਚ ਧਰੇ ਜਾਵੇ, ਇਸ ਕਰਕੇ ਉਹ ਜਿਹੜਾ ਘਰ ਹੈ ਨਾ ਉਹ ਸੁੱਖ ਸਹੂਲਤਾਂ ਦੇ ਨਾਲ ਭਰ ਜਾਂਦਾ, ਖੁਸ਼ੀਆਂ ਦੇ ਨਾਲ ਭਰ ਜਾਂਦਾ। ਇਸ ਕਰਕੇ ਮਹਾਂਪੁਰਖ ਆਖਦੇ ਹੁੰਦੇ ਸੀਗੇ ਕਿ ਸਭ ਤੋਂ ਜਿਹੜੀ ਵੱਡੀ ਖੁਸ਼ੀ ਆ ਘਰ ਦੇ ਵਿੱਚ ਕੰਨਿਆ ਦੀ ਰੌਣਕ, ਕੰਨਿਆ ਦਾ ਘਰ ਦੇ ਵਿਹੜੇ ਦੇ ਵਿੱਚ ਖੇਲਣਾ, ਇਹ ਘਰ ਦੀ ਜਿਹੜੀ ਆ ਸਭ ਤੋਂ ਵੱਡੀ ਖੁਸ਼ੀ ਮੰਨੀ ਜਾਂਦੀ ਆ। ਉਸ ਤੋਂ ਬਾਅਦ ਮਹਾਂਪੁਰਖ ਜਿਹੜੇ ਸੀ ਉਹ ਵੀ ਦੱਸਦੇ ਹੁੰਦੇ ਸੀ ਕਿ ਫਰਜ਼ ਕਰੋ ਕਿਸੇ ਦੇ ਕਰਜ਼ਾ ਬੜਾ ਚੜ੍ਹ ਗਿਆ, ਹੁਣ ਕਰਜ਼ਾ ਨਾ ਤਾਰਨ ਦਾ ਕੋਈ ਵਸੀਲਾ ਨਹੀਂ ਲੱਭਦਾ, ਕੋਈ ਸਾਧਨ ਨਹੀਂ ਲੱਭਦਾ। ਆਦਮੀ ਹਰ ਟਾਈਮ ਜਿਹੜਾ ਸੋਚਦਾ ਰਹਿੰਦਾ, ਉਹਨੂੰ ਦਿਨ ਰਾਤ ਨੀਂਦ ਨਹੀਂ ਆਉਂਦੀ। ਅਤੇ ਬਾਬਾ ਜੀ ਆਖਦੇ ਹੁੰਦੇ ਸੀਗੇ ਕਿ ਇਸ ਸਮੇਂ ਅਗਰ ਕੋਈ ਆਦਮੀ ਕੰਨਿਆ ਦੀ ਸੇਵਾ ਦੇ ਵਿੱਚ ਆਪਣੀ ਜਿਹੜੀ ਸੇਵਾ ਹੈਗੀ ਉਹ ਸਮਰਪਣ ਕਰੇ, ਅਤੇ ਇਸ ਸਮਰਪਣ ਕੀਤੀ ਸੇਵਾ ਦੇ ਨਾਲ ਕੰਨਿਆ ਦੀ ਅਸੀਸ ਦੇ ਨਾਲ ਉਹਦਾ ਕਰਜ਼ਾ ਜਿਹੜਾ ਉਹ ਉਤਰ ਜਾਂਦਾ ਹੈਗਾ। ਮਹਾਂਪੁਰਖ ਬੜਾ ਸੁੰਦਰ ਦੱਸਦੇ ਹੁੰਦੇ ਸੀ ਕਿ ਕਿਸੇ ਕੰਨਿਆ ਨੂੰ ਭੋਜਨ ਛਕਾ ਦੇਣਾ ਅਤੇ ਉਸ ਕੰਨਿਆ ਦੀ ਸੀਸ ਪ੍ਰਾਪਤ ਕਰ ਲੈਣੀ, ਇਹ ਕਰਜ਼ਾ ਲਾਉਣ ਦੇ ਵਿੱਚ ਬੜਾ ਸਹਾਇਕ ਹੁੰਦੀ ਆ। ਉਹਦੇ ਨਾਲ ਫਿਰ ਜਿਹੜਾ ਕਰਜ਼ਾ ਲਾਉਣ ਦੇ ਦਰ ਵਾ ਨਾ, ਜੋ ਵਿਧੀਆਂ ਸਕੀਮਾਂ ਹੈਗੀਆਂ ਉਹ ਪਰਮੇਸ਼ਰ ਜਿਹੜਾ ਉਹ ਆਪਣੇ ਆਪ ਖੋਲ ਦਿੰਦਾ ਹੈਗਾ। ਇਹ ਵੀ ਮਹਾਂਪੁਰਖ ਜਿਹੜੇ ਦੱਸਦੇ ਹੁੰਦੇ ਸੀ। ਉਸ ਤੋਂ ਬਾਅਦ ਮਹਾਂਪੁਰਖ ਆਖਦੇ ਹੁੰਦੇ ਸੀਗੇ ਕਿ ਜਿਹੜੇ ਸੰਤ ਸਾਧੂ ਆ ਕਈ ਵਾਰ ਕਿਸੇ ਦੇ ਤਰਸ ਖਾ ਕੇ ਆਪਣੇ ਕੋਲੋਂ ਰਿੱਧੀ ਸਿੱਧੀ ਵੀ ਵਰਤ ਲੈਂਦੇ ਆ, ਪਰ ਅਗਰ ਇਹ ਰਿੱਧੀਆਂ ਸਿੱਧੀਆਂ ਜ਼ਿਆਦਾ ਵਰਤੀਆਂ ਗਈਆਂ ਤਾਂ ਇਹਦੇ ਨਾਲ ਉਹ ਸਾਧੂ ਮਹਾਤਮਾ ਦਾ ਨੁਕਸਾਨ ਵੀ ਹੋ ਸਕਦਾ। ਪਰ ਕਿਉਂਕਿ ਇਹ ਜਿਹੜੀਆਂ ਸ਼ਕਤੀਆਂ ਹੈਗੀਆਂ ਸਾਧੂ ਦੀ ਜਿਹੜੀ ਮਹਿਮਾ ਬਣਾਉਣ ਵਾਸਤੇ ਬੜੀਆਂ ਜ਼ਰੂਰੀ ਹੈਗੀਆਂ, ਇਸ ਕਰਕੇ ਮਹਾਂਪੁਰਖ ਦੱਸਦੇ ਸੀਗੇ ਕਿ ਜਿਹੜੇ ਸਾਧੂ ਜਿਹੜੇ ਇਸ ਤਰ੍ਹਾਂ ਦੇ ਪਰਉਪਕਾਰੀ ਹੁੰਦੇ ਆ, ਕਿਸੇ 'ਤੇ ਤਰਸ ਕਰਕੇ ਛੇਤੀ ਉਸ ਨੂੰ ਵਰਦਾਨ ਦੇ ਦਿੰਦੇ ਆ, ਅਤੇ ਇਹ ਵਰਦਾਨ ਜਿਹੜਾ ਉਹਨਾਂ ਦਾ ਖਰਚ ਹੋ ਜਾਂਦਾ ਭਗਤੀ ਦੇ ਰੂਪ ਦੇ ਵਿੱਚ। ਉਹ ਕਿਸੇ ਕੰਨਿਆ ਦੀ ਸੇਵਾ ਕਰਨ ਦੇ ਨਾਲ ਉਹ ਵਰਦਾਨ ਜਿਹੜਾ ਹੈਗਾ ਉਹ ਸ਼ਕਤੀ ਫਿਰ ਉਹਨੂੰ ਵਾਪਸ ਪ੍ਰਦਾਨ ਹੋ ਜਾਂਦੀ, ਵਾਪਸ ਮਿਲ ਜਾਂਦੀ। ਜਿਵੇਂ ਕਿ ਇੱਕ ਵਾਰੀ ਇੱਕ ਬਹੁਤ ਵੱਡੇ ਮਹਾਤਮਾ ਜਿਹੜੇ ਹਿੰਦੁਸਤਾਨ ਦੇ ਸੀ ਮਹਾਂਪੁਰਖ ਦੱਸਦੇ ਹੁੰਦੇ ਸੀ, ਉਹ
ਕਿਸੇ ਤੇ ਤਰਸ ਖਾ ਕੇ ਉਹਨੂੰ ਵਰਦਾਨ ਦੇ ਦਿੰਦੇ ਹੁੰਦੇ ਸੀ। ਪਰ ਕਿਸੇ ਨੇ ਆਖਿਆ ਕਿ ਇਸ ਤਰ੍ਹਾਂ ਕਰਨ ਦੇ ਨਾਲ ਢੱਡੀ ਰਿੱਧੀ ਸਿੱਧੀ ਤਾਂ ਨਹੀਂ ਖਤਮ ਹੁੰਦੀ। ਉਹ ਕਹਿੰਦੇ ਹੁੰਦੀ ਆ। ਤੇ ਫਿਰ ਕਹਿਣ ਲੱਗੇ ਵੀ ਫੇਰ ਜਦ ਹੁੰਦੀ ਹੈ ਇਹ ਨੁਕਸਾਨ ਤੁਸੀਂ ਕਿਉਂ ਝੇਲਦੇ ਆ। ਮਹਾਂਪੁਰ ਕਹਿੰਦੇ ਕਿ ਅਸੀਂ ਮਹੀਨੇ ਦੇ ਵਿੱਚ ਇੱਕ ਵਾਰ ਤਕਰੀਬਨ ਜਿਹੜੀਆਂ 20-21 ਕੰਨਿਆਂ ਹੈਗਾ, ਉਹਨਾਂ ਕੰਨਿਆਂ ਨੂੰ ਅਸੀਂ ਪ੍ਰਸ਼ਾਦਾ ਜ਼ਰੂਰ ਛਕਾਉਂਦੇ, ਬੜੀ ਪ੍ਰੇਮ ਭਾਵਨਾ ਦੇ ਨਾਲ ਆਪ ਹੱਥੀਂ ਛਕਾਉਂਦੇ ਹਾਂ। ਅਤੇ ਇਹ ਕੰਨਿਆਂ ਜਿਹੜੀਆਂ ਤਕਰੀਬਨ 10-12 ਸਾਲ ਦੀ ਉਮਰ ਦੀਆਂ ਹੁੰਦੀਆਂ, ਅਤੇ ਇਹਨਾਂ ਨੂੰ ਜਦੋਂ ਪ੍ਰੇਮ ਦੇ ਨਾਲ ਮੈਂ ਪ੍ਰਸ਼ਾਦਾ ਛਕਾਉਂਦਾ ਅਤੇ ਉਹਦੇ ਵਿੱਚ ਜਿਹੜੀਆਂ ਰਿੱਧੀਆਂ ਸਿੱਧੀਆਂ ਹੈਗੀਆਂ ਉਹ ਪ੍ਰਸੰਨ ਹੋ ਜਾਂਦੀਆਂ। ਅਤੇ ਇਸ ਕਰਕੇ ਰਿੱਧੀਆਂ ਸਿੱਧੀਆਂ ਜਿਹੜੀਆਂ ਹੈ ਉਹ ਕਦੀ ਕਹਿੰਦੇ ਸਾਡਾ ਦਰ ਛੱਡ ਕੇ ਨਹੀਂ ਜਾਂਦੀਆਂ। ਐਸੀ ਇਸ ਕੰਨਿਆਂ ਦੀ ਸੇਵਾ ਦੇ ਵਿੱਚ ਸ਼ਕਤੀ ਹੈਗੀ ਆ। ਅੱਗੇ ਮਹਾਂਪੁਰਖ ਆਖਦੇ ਹੁੰਦੇ ਸੀਗੇ ਕਿ ਜਿਹੜੀਆਂ ਕੰਨਿਆਂ ਹੈਗੀਆਂ ਇਹ ਗ੍ਰਹਿਸਥ ਜੀਵਨ ਦਾ ਥੰਮ ਹੁੰਦੀਆਂ। ਜਿਵੇਂ ਗੁਰਬਾਣੀ ਨੇ ਸਾਨੂੰ ਦੱਸਿਆ ਨਾ ਕਿ ਸੋ ਕਿਉ ਮੰਦ ਆਖੀਏ ਜਿਤ ਜੰਮੇ ਰਜਾਨ, ਅਤੇ ਨਾਲ ਇਹ ਵੀ ਆਖਿਆ ਕਿ ਭੰਡੋ ਹੀ ਭੰਡ ਉਪਜੇ ਭੰਡੇ ਵਾਜ ਨਾ ਕੋਈ, ਨਾਨਕ ਭੰਡੇ ਵਾਹਰਾ ਇੱਕੋ ਸੱਚਾ ਸੋਏ। ਭੰਡੇ ਵਾਜ ਨਾ ਕੋਈ, ਕਹਿੰਦੇ ਅਗਰ ਇਸਤਰੀ ਜਿਹੜੀ ਆ ਭੰਡ ਜਿਹੜੀ ਆ ਅਗਰ ਵਾਜ ਹੋ ਜਾਵੇ ਤਾਂ ਉਸ ਤੋਂ ਬਾਅਦ ਉਹ ਗ੍ਰਹਿਸਥ ਦੇ ਵਿੱਚ ਜੋ ਉਹਦੀ ਭੂਮਿਕਾ ਹੈਗੀ ਸੰਤਾਨ ਦੀ ਉਤਪਤੀ ਦੀ, ਉਹ ਫਿਰ ਕਹਿੰਦੇ ਉਹ ਤਾਂ ਸਾਰੀ ਰੁਕ ਜਾਊਗੀ। ਇਸ ਕਰਕੇ ਇਸਤਰੀ ਦਾ ਕੰਨਿਆ ਦਾ ਜਿਹੜਾ ਹੈ ਨਾ ਹੋਣਾ ਬੜਾ ਜ਼ਰੂਰੀ ਆ, ਕਿਉਂਕਿ ਅੱਗੇ ਜਿਹੜੀ ਵੰਸ਼ ਹੈਗੀ ਆ ਉਹ ਕੇਵਲ ਅਤੇ ਕੇਵਲ ਇਸਤਰੀ ਦੇ ਉੱਤੇ ਨਿਰਭਰ ਕਰਦੀ ਆ। ਸੋ ਅੱਗੇ ਮਹਾਂਪੁਰਖ ਇਹ ਵੀ ਦੱਸਦੇ ਹੁੰਦੇ ਸੀਗੇ ਕਿ ਕੰਨਿਆ ਜਿਹੜੀ ਆ ਉਹ ਘਰ ਦੀ ਜਿਹੜੀ ਪਾਕਸ਼ਾਲ ਰਸੋਈ ਹੈਗੀ ਆ ਨਾ, ਉਸ ਪਾਕਸ਼ਾਲ ਦੀ ਉਹ ਰਸ ਦਾ ਇੱਕ ਭੋਜਨ ਬਣਾਉਣ ਵਾਲੀ ਦੇਵੀ ਹੈਗੀ, ਕਿਉਂਕਿ ਉਹਦੇ ਹੱਥਾਂ ਵਿੱਚ ਇੰਨੀਆਂ ਬਰਕਤਾਂ ਹੁੰਦੀਆਂ ਕਿ ਉਹ ਜਿਹੜਾ ਭੋਜਨ ਵਾ ਨਾ ਉਹਦੀ ਭਾਵਨਾ ਦੇ ਨਾਲ ਹੀ ਸਵਾਦਿਸ਼ਟ ਬਣ ਜਾਂਦਾ ਹੈਗਾ। ਇਸ ਕਰਕੇ ਕੰਨਿਆਂ ਦੇ ਅੰਦਰ ਬੜੀ ਤਾਕਤ ਹੈਗੀ ਆ। ਉਹਦੀ ਰਸਨਾ ਦੇ ਅੰਦਰ ਅਗਰ ਸਿਮਰਨ ਚੱਲਦਾ ਹੋਵੇ ਅਤੇ ਇਸ ਸਿਮਰਨ ਚੱਲਦੇ ਦੇ ਵਿੱਚ ਉਹਦੇ ਧਿਆਨ ਦੇ ਵਿੱਚ ਤਿਆਰ ਕੀਤਾ ਹੋਇਆ ਭੋਜਨ ਜਿਹੜਾ ਫਿਰ ਤਾਂ ਉਹ ਅੰਮ੍ਰਿਤ ਰਸ ਬਣ ਜਾਂਦਾ ਹੈਗਾ। ਅਤੇ ਇਸ ਅੰਮ੍ਰਿਤ ਰਸ ਭੋਜਨ ਨੂੰ ਛਕਣ ਵਾਸਤੇ ਜਿਹੜੀ ਦੇਵੀ ਦੇਵਤੇ ਹੈਗੇ ਆ ਉਹ ਵੀ ਮਨੁੱਖਾ ਰੂਪ ਧਾਰ ਕੇ ਇਸ ਦਰਵਾਜ਼ੇ 'ਚ ਆਉਂਦੇ ਆ ਅਤੇ ਭਿੱਖਿਆ ਦੇ ਰੂਪ ਦੇ ਵਿੱਚ ਪ੍ਰਸ਼ਾਦਾ ਮੰਗਦੇ ਆ। ਫਿਰ ਉਹਨਾਂ ਦਾ ਜਿਹੜਾ ਭੋਜਨ ਛਕਣ ਤੋਂ ਬਾਅਦ ਉਹਨਾਂ ਦਾ ਜਿਹੜੀ ਅਧਿਆਤਮਿਕ ਤਰੱਕੀ ਆ ਨਾ ਉਹਦੇ ਵਿੱਚ ਕੋਈ ਚੀਜ਼ ਰੁਕਾਵਟ ਨਹੀਂ ਬਣਦੀ। ਉਹ ਤਰੱਕੀ ਜਿਹੜੀ ਆ ਉਹ ਦਿਨੋਂ ਦਿਨ ਜ਼ਿਆਦਾ ਹੁੰਦੀ ਆ। ਉਹਦੀ ਜਿਹੜੀ ਸੁਰਤੀ ਹੈਗੀ ਆ ਉਹ ਬਹੁਤ ਛੇਤੀ ਉੱਚੀ ਹੋ ਜਾਂਦੀ, ਉਜਾਗਰ ਹੋ ਜਾਂਦੀ ਆ। ਜਿਵੇਂ ਕਹਿ ਲਓ ਕਿ ਸਮਾਧੀ ਵਾਲੀ ਹਾਲਤ ਜਿਹੜੀ ਉਹ ਪੈਦਾ ਹੋ ਜਾਂਦੀ ਆ। ਉਸ ਤੋਂ ਬਾਅਦ ਮਹਾਂਪੁਰਖ ਇਹ ਵੀ ਦੱਸਦੇ ਹੁੰਦੇ ਸੀਗੇ ਕਿ ਭਾਈ ਜਿਹੜੇ ਸੂਰਮੇ ਅਤੇ ਮਹਾਬਲੀ ਆ ਨਾ ਇਹਨਾਂ ਦੀ ਇਹ ਜਨਮਦਾਤੀ ਹੈਗੀ ਆ। ਭਗਤ ਸੂਰਮੇ ਮਹਾਬਲੀ ਜਿਹੜੀ ਹੈ ਇਹਨਾਂ ਦੀ ਜਨਮਦਾਤੀ ਜਿਹੜੀ ਕੰਨਿਆ ਹੈਗੀ ਆ। ਅਤੇ ਇਸੇ ਕਰਕੇ ਮਹਾਂਪੁਰਖ ਆਖਦੇ ਹੁੰਦੇ ਸੀਗੇ ਕਹਿੰਦੇ ਭਾਈ ਇਹ ਜਿਹੜੀ ਕੰਨਿਆ ਹੈਗੀ ਆ ਇਸ ਕੰਨਿਆ ਦੀ ਗੋਦ ਅਗਰ ਬਹੁਤ ਉੱਚੀ ਹੋਵੇ ਸਿਮਰਨ ਸਾਧਨਾ ਦੀ ਕਮਾਈ ਦੁਆਰਾ, ਅਤੇ ਇਸ ਗੋਦ ਦੇ ਵਿੱਚ ਜਨਮ ਲੈਣ ਵਾਸਤੇ ਵੱਡੇ ਵੱਡੇ ਸੂਰਮੇ ਦਾਤੇ ਭਗਤ ਜਿਹੜੇ ਆ ਉਹ ਇੱਛਾ ਰੱਖਦੇ ਆ। ਸੋ ਇਹੋ ਜਿਹੀ ਜਿਹੜੀ ਕੁੱਖ ਚਾਹੀਦੀ ਆ। ਸੋ ਇਸ ਕੁੱਖ ਨੂੰ ਤਿਆਰ ਕਰਨ ਵਾਸਤੇ ਕੰਨਿਆ ਦਾ ਜਿਹੜਾ ਸਭ ਤੋਂ ਵੱਡਾ ਸਹਿਯੋਗ ਮੰਨਿਆ ਗਿਆ ਹੈਗਾ। ਸੋ ਉਸ ਤੋਂ ਬਾਅਦ ਫਿਰ ਮਹਾਂਪੁਰਖ ਆਖਦੇ ਸੀਗੇ ਕਿ ਜਿਹੜੀ ਕੰਨਿਆ ਹੈਗੀ ਆ ਇਹ ਪਤੀਵਰਤਾ ਜਿਹੜੀ ਨਾਰੀ ਹੈਗੀ ਆ ਉਹਦੇ ਵਿੱਚ ਵਿਸ਼ੇਸ਼ ਰੂਪ ਵਿਸ਼ੇਸ਼ ਯੋਗਦਾਨ ਜਿਹੜਾ ਉਹ ਰੱਖਦੀ ਆ, ਕਿਉਂਕਿ ਪਤੀਵਰਤਾ ਨਾਰੀ ਜਿਹੜੀ ਹੈ ਇਹ ਸ਼ਕਤੀ ਦੀ ਪ੍ਰਤੀਕ ਮੰਨੀ ਹੈਗੀ ਆ। ਇਸ ਕਰਕੇ ਜਿਵੇਂ ਆਪ ਸੰਗਤਾਂ ਜਾਣਦੀਆਂ ਕਿ ਇੱਕ ਵਾਰ ਸ਼ਿਵ ਜੀ ਦਾ ਜਲੰਧਰ ਦੈਂਤ ਦੇ ਨਾਲ ਜਦ ਜੰਗ ਹੋਇਆ ਸੀਗਾ, ਇਸ ਜੰਗ ਦੇ ਵਿੱਚ ਜਿਹੜਾ ਜਲੰਧਰ ਦੈਂਤ ਸੀਗਾ ਹੈ ਉਹ ਸ਼ਿਵ ਜੀ ਦੇ ਹੱਥੋਂ ਹਾਰਿਆ ਨਹੀਂ ਸੀਗਾ। ਜਦ ਸ਼ਿਵ ਜੀ ਨੇ ਜਿਹੜਾ ਦੇਵਤਿਆਂ ਨੂੰ ਕਾਰਨ ਪੁੱਛਿਆ ਸੀਗਾ ਕਿ ਇੰਨੀ ਜੰਗ ਹੋਣ ਦੇ ਬਾਵਜੂਦ ਵੀ ਜਿਹੜਾ ਜਲੰਧਰ ਦੈਂਤ ਹੈਗਾ ਇਸ ਦੈਂਤ ਦਾ ਸ਼ਿੰਗਾਰ ਕਿਉਂ ਨਹੀਂ ਹੁੰਦਾ ਹੈ, ਤਾਂ ਫਿਰ ਜਿਹੜੇ ਸੀ ਨਾਰਦ ਮੁਨੀ ਨੇ ਦੱਸਿਆ ਸੀਗਾ ਕਿ ਇਹ ਸ਼ਕਤੀ ਜਿਹੜੀ ਆ ਉਸ ਨੂੰ ਜੀਵਤ ਰੱਖਣ ਦੀ ਉਹਦੀ ਘਰ ਵਾਲੀ ਉਹਦੀ ਪਤੀਵਰਤਾ ਔਰਤ ਹੈਗੀ ਆ, ਕਿਉਂਕਿ ਉਹ ਆਪਣੇ ਪਤੀ ਦੇ ਧਿਆਨ ਦੇ ਵਿੱਚ ਬੈਠੀ ਹੈ। ਇਸ ਕਰਕੇ ਉਹਦੇ ਧਿਆਨ ਦੀ ਸ਼ਕਤੀ ਜਿਹੜੀ ਉਹਦਾ ਕਬਜ਼ ਬਣੀ ਹੋਈ ਹੈ। ਐਸੀ ਕੰਨਿਆ ਦੇ ਅੰਦਰ ਪਤੀਵਰਤਾ ਔਰਤ ਦੀ ਸ਼ਕਤੀ ਛਿਪੀ ਆ। ਸੋ ਅੱਗੇ ਵੀ ਮਹਾਂਪੁਰਖ ਇਹ ਵੀ ਦੱਸਦੇ ਹੁੰਦੇ ਸੀਗੇ ਕਿ ਕੰਨਿਆ ਜਿਹੜੀ ਹੈ ਨਾ ਇਹ ਸਹੁਰੇ ਘਰ ਦਾ ਸ਼ਿੰਗਾਰ ਹੁੰਦੀ ਆ। ਇਹਦੇ ਵਿੱਚ ਐਸੀ ਸ਼ਕਤੀ ਆ ਕਿ ਜਿਹੜਾ ਸਹੁਰਾ ਘਰ ਆ ਉਸ ਨੂੰ ਨਰਕ ਤੋਂ ਸਵਰਗ ਬਣਾ ਸਕਦੀ ਹੈ ਅਤੇ ਸਵਰਗ ਤੋਂ ਬਕੁੰਠ ਧਾਮ ਬਣਾ ਸਕਦੀ ਹੈ। ਐਸੀ ਇਹਦੇ ਅੰਦਰ ਸ਼ਕਤੀ ਹੈਗੀ ਆ। ਸੋ ਉਸ ਤੋਂ ਬਾਅਦ ਫਿਰ ਮਹਾਂਪੁਰਖ ਆਖਦੇ ਸੀਗੇ ਕਿ ਇਹ ਜਿਹੜੀ ਕੰਨਿਆ ਹੈਗੀ ਆ ਇਹਦੇ ਵਿੱਚ ਇੱਕ ਦੈਵੀ ਗੁਣ ਕੁਦਰਤ ਨੇ ਐਸਾ ਬਣਿਆ ਕਿ ਇਹ ਹੈ ਨਾ ਅਰਧ ਸ਼ਰੀਰੀ ਆ। ਭਾਵ ਕਿ ਇਹ ਪਤੀਵਰਤਾ ਔਰਤ ਦੇ ਨਾਲ ਅਰਧ ਸ਼ਰੀਰੀ ਆਪਣੇ ਪਤੀ ਦੇ ਜਿੰਨੇ ਵੀ ਪਰਉਪਕਾਰ ਵਾਲੇ ਪੁੰਨ ਦਾਨ ਆ ਉਹਦੇ ਵਿੱਚ ਇਹਦਾ ਅੱਧਾ ਹਿੱਸਾ ਜਿਹੜਾ ਹੈਗਾ ਉਹ ਖਾਤੇ ਵਿੱਚ ਆਪ ਹੀ ਜਮ੍ਹਾਂ ਹੋ ਜਾਂਦਾ ਹੈ। ਇਹਦੇ ਵਿੱਚ ਐਸੀ ਕੁਦਰਤ ਨੇ ਕੰਨਿਆਂ ਦੇ ਗੁਣਾਂ ਦੇ ਵਿੱਚ ਵਾਧਾ ਕੀਤਾ ਹੋਇਆ ਹੈ ਕਿ ਇਹਦਾ ਪਤੀ ਜੋ ਵੀ ਜਿਹੜਾ ਧਰਮ ਦਾ ਕਾਰਜ ਕਰੇ ਕੋਈ ਵੀ ਕਰੇ ਉਸ ਕਾਰਜ ਦੇ ਵਿੱਚ ਅੱਧਾ ਹਿੱਸਾ ਜਿਹੜਾ ਇਹਦਾ ਆਪਣੇ ਆਪ ਹੀ ਜੁੜ ਜਾਂਦਾ ਹੈਗਾ। ਇਸੇ ਕਰਕੇ ਮਹਾਂਪੁਰਖ ਆਖਦੇ ਹੁੰਦੇ ਸੀ ਵੀ ਜਿਹੜੀਆਂ ਬੀਬੀਆਂ ਆਪਣੇ ਪਤੀ
ਦੇ ਵਿੱਚ ਨਾਮ ਭਜਨ ਸਿਮਰਨ ਦੇ ਵਿੱਚ ਸਹਾਇਤਾ ਕਰਦੀਆਂ ਨਾ, ਕਹਿੰਦੇ ਉਹਨਾਂ ਦੀ ਜਿਹੜੀ ਸੁਰਤ ਅਡਾਰੀ ਹੈਗੀ ਉਹ ਬਿਨਾਂ ਭਜਨ ਤੋਂ ਕੇਵਲ ਤੇ ਕੇਵਲ ਪਤੀ ਦੀ ਸੇਵਾ ਦੁਆਰਾ ਬਹੁਤ ਉੱਚੀ ਹੋ ਜਾਂਦੀ, ਬੜੀ ਸ੍ਰੇਸ਼ਟ ਹੋ ਜਾਂਦੀ ਹੈ। ਉਸ ਤੋਂ ਬਾਅਦ ਮਹਾਂਪੁਰਖ ਆਖਦੇ ਹੁੰਦੇ ਸੀ ਜਿਹੜੀ ਕੰਨਿਆ ਹੈਗੀ ਆ ਇਹ ਮੁਕਤੀ ਦਾ ਦਰਵਾਜ਼ਾ ਹੈਗਾ। ਦੇਖੋ ਕਹਿੰਦੇ ਅਗਰ ਕੋਈ ਵੀ ਬਹੁਤ ਵੱਡਾ ਭਿਆਨਕ ਜਮਦੂਤ ਕਿਸੇ ਪਤੀ ਵਾਰਤਾ ਔਰਤ ਨਾਰੀ ਦਾ ਜਿਹੜਾ ਘਰ ਵਾਲਾ ਹੈਗਾ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਫੜ ਕੇ ਜੀਵ ਆਤਮਾ ਨੂੰ ਅਗਰ ਉਹ ਧਰਮਰਾਜ ਦੀ ਕਚਹਿਰੀ ਤੱਕ ਵੀ ਚਲਿਆ ਜਾਵੇ ਤੇ ਇਹ ਜਿਹੜੀ ਕੰਨਿਆ ਹੈਗੀ ਆ ਇਹ ਮੁਕਤ ਦੁਆਰੀ ਹੈਗੀ ਆ, ਮੁਕਤੀ ਦਾ ਅਧਿਕਾਰ ਹੈਗਾ। ਧਰਮਰਾਜ ਦੇ ਦਰ ਤੋਂ ਵੀ ਆਪਣੇ ਪਤੀ ਨੂੰ ਛਡਾਉਣ ਦੀ ਸ਼ਕਤੀ ਰੱਖਦੀ ਹੈਗੀ ਆ। ਇਹ ਮਹਾਂਪੁਰਖ ਜਿਹੜੇ ਸੀਗੇ ਹੈ ਨਾ, ਇਸ ਤਰ੍ਹਾਂ ਇਹ ਕੰਨਿਆਂ ਦੇ ਜਿਹੜੀਆਂ ਵਡਿਆਈਆਂ ਸੀਗੀਆਂ ਉਹਨਾਂ ਦਾ ਜ਼ਿਕਰ ਜਿਹੜਾ ਸੀਗਾ ਉਹ ਖਾਸ ਕਰਕੇ ਸੰਗਤਾਂ ਨਾਲ ਸਾਂਝਾ ਕਰਦੇ ਹੁੰਦੇ ਸੀ। ਪਰ ਉਹਦੇ ਵਿੱਚ ਮਹਾਂਪੁਰਖ ਇੱਕ ਚੀਜ਼ ਵੱਲੋਂ ਬੜਾ ਸੁਚੇਤ ਕਰਦੇ ਹੁੰਦੇ ਸੀ। ਉਹ ਕਹਿੰਦੇ ਦੇਖੋ ਕੰਨਿਆਂ ਦੇ ਵਿੱਚ ਇੰਨੇ ਜ਼ਿਆਦਾ ਦੈਵੀ ਗੁਣ ਹੈਗੇ ਆ, ਇਹ ਦੈਵੀ ਗੁਣਾਂ ਦੀ ਸ਼ਕਤੀ ਹੈਗੀ, ਇਸ ਕਰਕੇ ਇਹਨੂੰ ਦੇਵੀ ਕਿਹਾ ਗਿਆ ਹੈ। ਅਤੇ ਜਿਹੜੇ ਖਾਸ ਕਰਕੇ ਆਦਮੀ ਆ ਇਹਨਾਂ ਨੂੰ ਜਿਹੜਾ ਹੈਗਾ ਉਹ ਸੱਜਣ ਕਰਕੇ ਆਖਿਆ ਗਿਆ ਹੈਗਾ। ਪਰ ਨੰਬਰ ਇੱਕ ਦੇਵੀ ਦਾ ਹੀ ਹੁੰਦਾ ਕਿ ਜਿਹੜੀ ਦੇਵੀ ਹੈਗੀ ਆ ਉਹ ਕੰਨਿਆ ਹੈਗੀ ਆ, ਇਸ ਕਰਕੇ ਇਹਦਾ ਨੰਬਰ ਜਿਹੜਾ ਹੈ ਨਾ ਪਹਿਲ ਦੇ ਆਧਾਰ 'ਤੇ ਆਉਂਦਾ। ਅਤੇ ਮਹਾਂਪੁਰਖ ਆਖਦੇ ਹੁੰਦੇ ਸੀਗੇ ਕਿ ਅਗਰ ਕੋਈ ਆਪਣੀ ਬੁਰੀ ਦ੍ਰਿਸ਼ਟੀ ਦੇ ਨਾਲ ਕਿਸੇ ਬੁਰੇ ਭਾਵ ਦੇ ਨਾਲ ਕਿਸੇ ਕੰਨਿਆ ਦੀ ਹੱਤਿਆ ਕਰ ਦੇਵੇ ਅਤੇ ਬਾਬਾ ਜੀ ਆਖਦੇ ਹੁੰਦੇ ਸੀ, ਕਹਿੰਦੇ ਵੀ ਇੱਕ ਵੀ ਜਿਹੜਾ ਨਾ ਪਾਪ ਹੈਗਾ ਉਹ ਪਾਪ ਦੀ ਸਜ਼ਾ ਬੜੀ ਭਿਆਨਕ ਆ, ਪਰ ਇੱਕ ਕੰਨਿਆ ਦੀ ਹੱਤਿਆ ਦੇ ਨਾਲ 96 ਕਰੋੜ ਪਾਪਾਂ ਦਾ ਜਿਹੜਾ ਬੋਝ ਹੈਗਾ ਉਸ ਵਿਅਕਤੀ ਜਾਂ ਉਸ ਪਾਪੀ ਦੇ ਨਾਲ ਚੁੰਬੜ ਜਾਂਦਾ ਹੈਗਾ। 96 ਕਰੋੜ ਪਾਪ ਇੱਕ ਕੰਨਿਆ ਦੀ ਹੱਤਿਆ ਦੇ ਨਾਲ ਜੁੜ ਜਾਂਦੇ ਆ। ਸੋ ਇਸ ਕਰਕੇ ਮਹਾਂਪੁਰਖ ਇਹ ਵੀ ਆਖਦੇ ਹੁੰਦੇ ਸੀਗੇ ਕਿ ਭਾਈ ਅਗਰ ਕੋਈ ਕੰਨਿਆ ਨੂੰ ਮਾਰੇ, ਕੰਨਿਆ ਨੂੰ ਮਾਰਨ ਦਾ ਐਡਾ ਭਾਰਾ ਪਾਪ ਲੱਗਦਾ ਹੈਗਾ ਕਿ ਉਸ ਪਾਪੀ ਆਦਮੀ ਦੇ ਕੰਨਿਆ ਨੂੰ ਮਾਰਨ ਦੇ ਕਰਕੇ ਉਹਦੇ ਸਰੀਰ ਦੇ ਵਿੱਚ ਕੀੜੇ ਚਲੇ ਜਾਂਦੇ ਆ, ਬੜੇ ਭਿਆਨਕ ਕੀੜੇ ਚੱਲਦੇ ਆ। ਇਹ ਕੀੜੇ ਜਿਹੜੇ ਫਿਰ ਉਹਦੀ ਮੌਤ ਦਾ ਕਾਰਨ ਬਣਦੇ ਆ। ਇਸ ਕਰਕੇ ਬੜਾ ਸੁਚੇਤ ਹੋਣ ਦੀ ਲੋੜ ਹੈਗੀ ਆ, ਮਹਾਂਪੁਰਖ ਦੱਸਦੇ ਹੁੰਦੇ ਸੀ। ਇੱਕ ਵਾਰ ਕੀ ਹੋਇਆ ਸੀਗਾ ਕਿ ਇੱਥੇ ਇੱਕ ਬੀਬੀ ਜਿਹਦਾ ਨਾਂ ਹੈ ਨਾ ਨਸੀਬ ਕੌਰ ਸੀ, ਉਹ ਦੱਸਦੀ ਹੁੰਦੀ ਸੀ ਕਿ ਇੱਕ ਵਾਰ ਮੈਂ ਜਿਹੜੀ ਸੀ ਉਹ ਬਾਹਰ ਕਪਾਹ ਚੁਗਣ ਗਈ। ਜਦ ਕਹਿੰਦੀ ਮੈਂ ਕਪਾਹ ਚੁਗਣ ਗਈ ਆ ਉਸ ਟਾਈਮ ਕਹਿੰਦੀ ਵੀ ਸਾਡੇ ਹੀ ਬਾਪ ਦੇ ਇੱਕ ਰਿਸ਼ਤੇਦਾਰ ਲੱਗਦੇ ਹੁੰਦੇ ਸੀ। ਕਹਿੰਦੀ ਉਹ ਵੀ ਜਿਹੜੇ ਸੀ ਉੱਥੇ ਕਪਾਹ ਚੁਗਦੀ ਅਤੇ ਕਹਿੰਦੀ ਮੇਰੇ ਕੋਲ ਆ ਗਏ ਅਤੇ ਮੈਨੂੰ ਕਹਿੰਦੀ ਜਿਹੜੇ ਹੈ ਬਿਨਾਂ ਕਿਸੇ ਗੱਲ ਤੋਂ ਮਾਰਨ ਲੱਗ ਪਏ। ਜਦ ਕਹਿੰਦੀ ਮਾਰਨ ਲੱਗ ਪਏ ਤਾਂ ਕਹਿੰਦੀ ਵੀ ਉਹ ਛਿੜੀਆਂ ਨਾਲ ਮਾਰੀ ਜਾਣ। ਕਹਿੰਦੀ ਹੁਣ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ। ਕਹਿੰਦੀ ਮੈਂ ਜਿਹੜੀ ਉੱਚੀ ਰੋਣ ਲੱਗ ਪਈ, ਪਰ ਕਹਿੰਦੇ ਵੀ ਉਹ ਇੰਨੇ ਅੜਬ ਸੀਗੇ ਕੋਈ ਛਿਟੀ ਮਾਰਨੋਂ ਨਾ ਹਟਣ। ਜਦ ਕਹਿੰਦੇ ਛਿਟੀ ਮਾਰਨਾ ਹੋਣ ਅਤੇ ਮੇਰੀ ਚੀਕਾਂ ਨੂੰ ਸੁਣ ਕੇ ਕਹਿੰਦੇ ਜਿਹੜੇ ਮਹਾਂਪੁਰਖ ਬਾਬਾ ਮੇਸੂ ਸੀ ਉਹਨਾਂ ਟਾਈਮਾਂ 'ਚ ਚੁਬਾਰੇ 'ਚ ਰਹਿੰਦੇ ਹੁੰਦੇ ਸੀ। ਕਹਿੰਦੇ ਉਹ ਚੁਬਾਰੇ ਤੋਂ ਹੇਠਾਂ ਆ ਗਏ। ਜਦੋਂ ਕਹਿੰਦੇ ਚੁਬਾਰੇ ਤੋਂ ਹੇਠਾਂ ਆਏ ਤਾਂ ਕਹਿੰਦੇ ਵੀ ਉਹ ਜਿੱਥੇ ਉਹ ਜਿਹੜਾ ਸੀਗਾ ਉਹਨਾਂ ਦਾ ਖਾਸ ਕਰੀਬੀ ਰਿਸ਼ਤੇਦਾਰ, ਕਹਿੰਦੇ ਵੀ ਜਿੱਥੇ ਉਹ ਮੈਨੂੰ ਮਾਰਿਆ ਸੀ ਉੱਥੇ ਪਹੁੰਚ ਗਏ। ਅਤੇ ਕਹਿੰਦੇ ਮਹਾਂਪੁਰਖ ਨੇ ਦੂਰੋਂ ਉਹਨੂੰ ਕਹਿਣਾ ਸ਼ੁਰੂ ਕਰਤਾ, ਕਹਿੰਦੇ ਭਾਈ ਤੂੰ ਕੰਨਿਆ ਨੂੰ ਕਿਉਂ ਮਾਰਦਾ ਹੈਗਾ, ਕੰਨਿਆ ਨੂੰ ਨਹੀਂ ਮਾਰੀਦਾ। ਕਹਿੰਦੇ ਇੱਦਾਂ ਕਰਕੇ ਕਹਿੰਦੇ ਪਰ ਉਹ ਸਾਡੀ ਗੱਲ ਹੀ ਨਾ ਸੁਣੇ ਬਾਬਾ ਜੀ ਦੀ। ਕਹਿੰਦੇ ਬਾਬਾ ਜੀ ਦੀ ਗੱਲ ਨਹੀਂ। ਬਾਬਾ ਜੀ ਨੇ ਕਹਿੰਦੇ ਫਿਰ ਬੜੀ ਉੱਚੀ ਦੇਣੀ ਉਸ ਨੂੰ ਆਖਿਆ, ਕਹਿੰਦੇ ਦੁਸ਼ਟਾ ਤੂੰ ਕੰਨਿਆ ਨੂੰ ਮਾਰਦਾ ਹੈਗਾ, ਕੰਨਿਆ ਨੂੰ ਮਾਰਨ ਦਾ ਐਡਾ ਭਾਰਾ ਪਾਪ ਹੈਗਾ ਕਿ ਤੇਰੇ ਮਨ ਤੋਂ ਪਹਿਲਾਂ ਕੀੜੇ ਪੈ ਜਾਣੇ ਆ। ਜਦੋਂ ਕਹਿੰਦੇ ਮਹਾਂਪੁਰਖ ਨੇ ਗੱਲ ਆਖੀ ਸੀ ਅਤੇ ਕਹਿੰਦੇ ਫਿਰ ਉਹ ਜਾ ਕੇ ਹਟਿਆ ਸੀ, ਫਿਰ ਠਠੰਬਰਿਆ ਸੀ। ਪਰ ਹੁਣ ਮਹਾਂਪੁਰਖਾਂ ਦੇ ਮੁਖ ਤੋਂ ਨਿਕਲਿਆ ਹੋਇਆ ਜਿਹੜਾ ਵਚਨ ਹੈਗਾ ਉਹ ਤਾਂ ਸੱਤ ਹੋਣਾ ਹੀ ਸੀ। ਅਖੀਰ ਕਹਿੰਦੇ ਵੀ ਉਹੀ ਆਦਮੀ ਜਦ ਉਹਦਾ ਅੰਤ ਸਮਾਂ ਆਇਆ ਸੀਗਾ ਅਤੇ ਉਸ ਦੇ ਮਰਨ ਤੋਂ 1 ਮਹੀਨਾ ਪਹਿਲਾਂ ਜਿਹੜੇ ਸੀ ਉਹਦੇ ਸਰੀਰ ਦੇ ਵਿੱਚ ਕਾਲੇ ਰੰਗ ਦੇ ਬੜੇ ਮੋਟੇ ਕੁਰਬਲ ਕੀੜੇ ਜਿਹੜੇ ਸੀ ਸਾਰੇ ਸਰੀਰ 'ਚ ਚੱਲਣ ਲੱਗ ਪਏ ਸੀ। ਸੋ ਜਿੰਨਾ ਵੀ ਉਹਦਾ ਇਲਾਜ ਜਿਹੜਾ ਸੀ ਕੀੜਿਆਂ ਨੇ ਕੀਤਾ ਜਾਂਦਾ ਸੀ, ਉਹਦੇ ਰੋਮਾਂ ਦੇ ਵਿੱਚ ਜਿਹੜੇ ਕੀੜੇ ਸੀਗੇ ਉਹ ਨਿਕਲਣੇ ਸ਼ੁਰੂ ਹੋ ਗਏ ਅਤੇ ਇਹਨਾਂ ਕੀੜਿਆਂ ਦੀ ਬਦੌਲਤ ਕਰਕੇ ਉਸ ਆਦਮੀ ਦਾ ਜਿਹੜਾ ਸੀ ਅੰਤ ਹੋਇਆ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਭਾਈ ਕੰਨਿਆ ਜਿਹੜੀ ਹੈ ਇਹ ਇੱਕ ਪੂਜਣਯੋਗ ਹਸਤੀ ਹੈਗੀ ਆ। ਇਸ ਨੂੰ ਮਾਰਨਾ ਕੁੱਟਣਾ ਜਾਂ ਇਸ ਦੀ ਹੱਤਿਆ ਕਰਨੀ ਇਹ ਤਾਂ ਜਿਹੜਾ ਬਿਲਕੁਲ ਕੁਦਰਤ ਦੇ ਨਿਯਮ ਦੇ ਕਾਨੂੰਨ ਦੇ ਉਲਟ ਹੈਗਾ, ਕਿਉਂਕਿ ਕੰਨਿਆ ਜਿਹੜੀ ਹੈ ਨਾ ਸਰਵ ਸ੍ਰੇਸ਼ਟ ਦੇਵੀ ਮੰਨੀ ਗਈ। ਇਸ ਕਰਕੇ ਮਹਾਂਪੁਰਖ ਆਖਦੇ ਹੁੰਦੇ ਸੀਗੇ ਕਿ ਜਿਵੇਂ ਕਿਸੇ ਦੇ ਘਰ 10 ਪੁੱਤਰ ਹੋਣ ਅਤੇ 10 ਪੁੱਤਰ ਜਿਹੜੇ ਉਹ ਇੱਕ ਰੁੱਖ ਦੇ ਬਰਾਬਰ ਵਾ, ਪਰ ਕਿਸੇ ਦੇ ਘਰ ਦੇ ਵਿੱਚ 10 ਰੁੱਖ ਲੱਗੇ ਹੋਣ ਅਤੇ 10 ਰੁੱਖ ਜਿਹੜੇ ਹੈਗੇ ਆ ਉਹ ਇੱਕ ਕੰਨਿਆ ਦੇ ਬਰਾਬਰ ਹੈ। ਭਾਵ ਕਿ ਇੱਕ ਕੰਨਿਆ ਇੰਨੀ ਭਾਰੂ ਹੈਗੀ ਆ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ ਸੋ ਦਾਸ। ਇੰਨੇ ਹੀ ਬਚਨ ਮਹਾਂਪੁਰਖਾਂ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।